ਸ਼੍ਰੀ ਅਕਾਲ ਸਾਰੇ ਉਹਨਾਂ ਵੀਰਾਂ ਨੂੰ, ਉਹਨਾਂ ਭੈਣਾਂ ਨੂੰ ਜਿਹੜੇ ਪ੍ਰੀਖਿਆ ਵਿੱਚ ਸਫਲ ਹੋਣ ਵਾਸਤੇ ਜੀ ਤੋੜ ਮਿਹਨਤ ਕਰਦੇ ਨੇ। ਤੇ ਜਦੋਂ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਤਾਂ ਫਿਰ ਵੀ ਪਰਮਾਤਮਾ ਕੋਈ ਸਫਲਤਾ ਉਹਨਾਂ ਨੂੰ ਨਾ ਦੇਵੇ ਤਾਂ ਉਹਨਾਂ ਨੂੰ ਬੜੀ ਹਤਾਸ਼ਾ ਹੁੰਦੀ ਹੈ। ਤੇ ਅਸੀਂ ਉਹੀ ਜਿੰਨੇ ਵੀ ਅੱਜ ਤੋਂ ਕੁਝ ਟਾਈਮ ਪਹਿਲਾਂ ਜਦੋਂ ਮੈਂ ਨੈਟ ਦੀ ਮੈਂ ਵੀ ਤਿਆਰੀ ਕਰਦਾ ਸੀ, ਤਾਂ ਜਦੋਂ ਮੈਨੂੰ ਲੱਗਿਆ ਕਿ UGC ਨੈਟ ਵਿੱਚ ਉਹਦੇ ਵਿੱਚ ਭਾਸ਼ਾ ਵਿਗਿਆਨ ਦਾ ਇੱਕ ਵਿਸ਼ਾ ਹੈ, ਟੌਪਿਕ ਹੈ ਉਹਦੇ ਵਿੱਚ। ਪਰ ਜਦੋਂ ਅਸੀਂ YouTube ਤੇ ਧੁਨੀ ਵਿਗਿਆਨ ਲਿਖ ਕੇ ਸਾਨੂੰ ਕੋਈ ਵੀ ਕੰਟੈਂਟ ਉੱਥੇ ਨਹੀਂ ਮਿਲਦਾ ਸੀ। ਤੇ ਅਜੋਕੇ ਸਮੇਂ ਵਿੱਚ ਸਾਡੇ ਵਾਸਤੇ ਚੰਗੀ ਗੱਲ ਵੀ ਹੈ, ਬਹੁਤ ਵਧੀਆ ਕਿ ਬਹੁਤ ਹੀ ਸਾਰੇ ਜਿਹੜੇ ਵਿਦਵਾਨ ਹੈ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ, ਉਹਨਾਂ ਨੇ ਅਲੱਗ-ਅਲੱਗ ਸਾਰੇ ਵਿਦਿਆਰਥੀਆਂ ਵਾਸਤੇ ਇੱਕ ਪਲੇਟਫਾਰਮ ਦੇ ਰੱਖਿਆ ਹੈ YouTube ਦੇ ਰੂਪ ਵਿੱਚ ਕਿ ਅਸੀਂ ਉੱਥੋਂ ਭਾਸ਼ਾ ਵਿਗਿਆਨ ਦਾ ਕੋਈ ਵੀ ਟੌਪਿਕ ਜਾਂ ਧੁਨੀ ਵਿਗਿਆਨ ਦਾ ਅਜੋਕੇ ਸਮੇਂ ਵਿੱਚ ਅਸੀਂ ਉਹਨਾਂ ਤੋਂ ਉਹਨੂੰ ਕੰਟੈਂਟ ਨੂੰ ਦੇਖ ਸਕਦੇ ਹਾਂ। ਤੇ ਪਿਆਰੇ ਵਿਦਿਆਰਥੀਓ, ਆਪਾਂ ਪੰਜਾਬੀ ਵਿਆਕਰਨ ਬਾਰੇ ਕਰ ਰਹੇ ਸੀ। ਪੰਜਾਬੀ ਵਿਆਕਰਨ ਨੂੰ ਕਿੰਨੇ ਭਾਗਾਂ 'ਚ ਵੰਡਿਆ ਜਾਂਦਾ ਹੈ ਇਹਦੇ ਬਾਰੇ ਆਪਾਂ ਗੱਲ ਕੀਤੀ। ਫਿਰ ਆਪਾਂ ਗੱਲ ਇਹ ਸਿੱਖਿਆ ਆਪਾਂ ਵੀ ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਕਿੰਨੇ ਵਰਗਾਂ 'ਚ ਵੰਡਿਆ ਜਾਂਦਾ ਹੈ। ਤਾਂ ਆਪਾਂ ਉਹਦੇ ਬਾਰੇ ਤੁਸੀਂ ਸਾਰਿਆਂ ਨੇ ਸਿਰ ਧੁਨੀਆਂ, ਪੰਜਾਬੀ ਭਾਸ਼ਾ ਦੀਆਂ ਧੁਨੀਆਂ ਨੂੰ ਦੋ ਵਰਗਾਂ 'ਚ ਵੰਡ ਸਕਦੇ ਹਾਂ ਆਪਾਂ, ਖੰਡੀ ਤੇ ਪਾਰਖੰਡੀ। ਖੰਡੀ ਜਿਹੜੀਆਂ ਧੁਨੀਆਂ ਹੁੰਦੀਆਂ ਨੇ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਤੇ ਜਿਹਦੇ ਵਿੱਚ ਆ ਜਾਂਦੀਆਂ ਸਾਡੇ ਸਵਰ ਧੁਨੀਆਂ ਅਤੇ ਵਿਅੰਜਨ ਧੁਨੀਆਂ। ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਖੰਡੀ ਧੁਨੀਆਂ ਦੇ ਅੰਤਰਗਤ ਆਉਂਦੀਆਂ ਹਨ। ਸਿੱਖਿਆ ਸੀ ਸੁਰ, ਬਲ, ਨਾਸਿਕਤਾ ਤੇ ਤਾਨ, ਜਿਹੜੀਆਂ ਇਹ ਧੁਨੀਆਂ ਹਨ ਇਹ ਪਾਰਖੰਡੀ ਧੁਨੀਆਂ ਹਨ। ਤੇ ਅੱਜ ਆਪਾਂ ਖੰਡੀ ਧੁਨੀਆਂ ਬਾਰੇ, ਤੁਸੀਂ ਸਵਰ ਧੁਨੀਆਂ ਬਾਰੇ ਜਾਣ ਚੁੱਕੇ ਹੋ ਕਿ ਕਿੰਨੇ ਸਵਰ ਹੁੰਦੇ ਹਨ, ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਨੇ ਪੰਜਾਬੀ ਭਾਸ਼ਾ ਦੇ ਵਿੱਚ, ਅਤੇ ਜਿਹੜੀਆਂ ਸਾਡੀ ਜੀਭ ਦੀ ਸਥਿਤੀ ਦੇ ਆਧਾਰ ਤੇ ਅਗਲੇ ਸਵਰ ਕਿਹੜੇ ਨੇ, ਪਿਛਲੇ ਸਵਰ ਕਿਹੜੇ ਨੇ, ਇਹਦੇ ਬਾਰੇ ਤੁਸੀਂ ਜਾਣ ਚੁੱਕੇ ਹੋ। ਤੁਹਾਨੂੰ ਇਹ ਵੀ ਪਤਾ ਹੋਣਾ ਹੈ ਕਿ ਜਦੋਂ ਤੁਸੀਂ ਫਸਟ ਗ੍ਰੇਡ ਦਾ ਸਿਲੇਬਸ ਦੇਖਦੇ ਹੋ ਉਹਦੇ ਵਿੱਚ ਧੁਨੀ ਵਿਗਿਆਨ ਦੇ ਸਵਰ ਧੁਨੀਆਂ ਦੇ ਪ੍ਰਸ਼ਨ ਬਹੁਤ ਸੁਖਾਲੇ ਜੇ ਸਾਨੂੰ ਵੇਖਣ ਨੂੰ ਮਿਲਦੇ ਨੇ। ਪਰ ਜਦੋਂ ਅਸੀਂ ਉਹ ਇੰਨੇ ਸੁਖਾਲੇ ਹੈ ਨਹੀਂ ਜਿੰਨੇ ਕਿ ਸਾਨੂੰ ਉੱਥੇ ਵਿਸ਼ਾ ਦੇ ਨਾਲ ਅਸੀਂ ਮੰਨਦੇ ਹਾਂ। ਪੰਜਾਬੀ ਭਾਸ਼ਾ ਦਾ ਜਿਹੜਾ ਵਿਆਕਰਨ ਅਸੀਂ ਉਹਨੂੰ ਬਹੁਤ ਸੌਖਾ ਮੰਨਦੇ ਹਾਂ। ਅਸੀਂ ਜ਼ਿਆਦਾਤਰ ਆਧੁਨਿਕ ਕਾਵ, ਕਿੱਸਾ ਕਾਵ, ਸੂਫੀ ਕਾਵ, ਗੁਰਮਤਿ ਕਾਵ ਤੇ ਬੀਰ ਕਾਵ ਤੇ ਜਿਹੜਾ ਇਹਨਾਂ ਜਿਹੜੇ ਸਾਡੇ ਜਿਹੜੇ ਵਿਸ਼ੇ ਹੈ ਪੰਜਾਬੀ ਭਾਸ਼ਾ ਦੇ, ਉਹਨਾਂ ਵੱਲ ਜ਼ਿਆਦਾ ਅਸੀਂ ਧਿਆਨ ਦਿੰਦੇ ਹਾਂ। ਪਰ ਅਸੀਂ ਪੰਜਾਬੀ ਵਿਆਕਰਨ ਬਾਰੇ ਬਹੁਤ ਹੀ ਘੱਟ ਧਿਆਨ ਦਿੰਦੇ ਹਾਂ। ਅਜੋਕੇ ਸਮੇਂ ਵਿੱਚ ਜਿਹੜੇ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਜਿਹੜੇ ਵਿਦਿਆਰਥੀ ਹਨ ਉਹ ਜਾਣਦੇ ਹਨ ਕਿ ਪੰਜਾਬੀ ਭਾਸ਼ਾ ਦਾ ਜਿਹੜਾ ਸਾਹਿਤ ਹੈ ਉਹ ਲਗਭਗ ਸਾਰੇ ਹੀ ਬੱਚਿਆਂ ਕੋਲੇ ਕੰਟੈਂਟ ਉਹਦਾ ਹੈਗਾ ਹੈ। ਸਾਰੇ ਬੱਚਿਆਂ ਕੋਲੇ ਕਿਤਾਬਾਂ ਹਨ, ਤੇ ਜਿਵੇਂ ਕਿਰਪਾਲ ਸੇਨ ਦੀ ਕਿਤਾਬ ਹੋ ਗਈ ਕਈ ਬੱਚਿਆਂ ਕੋਲੇ, ਬ੍ਰਹਮ ਜਗਦੀਸ਼ ਰਾਜਵੀਰ ਕੌਰ ਦੀ ਕਿਤਾਬ ਕਈ ਬੱਚਿਆਂ ਕੋਲੇ ਹੈ, ਅਤੇ ਕਈ ਵਿਦਿਆਰਥੀਆਂ ਕੋਲੇ ਨਵੀਨ ਪੰਜਾਬੀ ਸਾਹਿਤ ਦਾ ਇਤਿਹਾਸ ਕਈ ਬੱਚਿਆਂ ਕੋਲੇ ਹੋਊਗਾ। ਅਸੀਂ ਪੰਜਾਬੀ ਸਾਹਿਤ ਤੋਂ ਤਾਂ ਅਸੀਂ ਲਿਟਰੇਚਰ ਤੋਂ ਤਾਂ ਲਾਹਾ ਲੈਣੇ ਹੀ ਲੈਂਦੇ ਹਾਂ, ਪਰ ਅਸੀਂ ਪੰਜਾਬੀ ਜਿਹੜਾ ਭਾਸ਼ਾ ਵਿਗਿਆਨ ਹੈ ਇਹ ਤੋਂ ਅਸੀਂ ਥੋੜ੍ਹਾ ਕੰਨੀ ਕਤਰਾਉਂਦੇ ਹਾਂ, ਕਿਉਂਕਿ ਸਾਨੂੰ ਲੱਗਦਾ ਹੈ ਕਿ ਇਹਦੇ ਵਿੱਚੋਂ ਪ੍ਰਸ਼ਨ ਜਾਂ ਤਾਂ ਘੱਟ ਆਉਣਗੇ ਤੇ ਜਾਂ ਸਾਡੇ ਸਮਝ ਵਿੱਚ ਨਹੀਂ ਆਊਗਾ। ਪਰ ਸਾਨੂੰ ਹੁਣ ਵਿਆਕਰਨ ਦੇ ਨਾਲ ਨਾਲ ਅਸੀਂ ਵਿਆਕਰਨ ਨੂੰ ਸਿਰਫ ਇੰਨਾ ਹੀ ਮੰਨਿਆ ਕਿ ਇਹ ਸ਼ਬਦ ਸ਼੍ਰੇਣੀਆਂ ਹਨ। ਇਹਦੇ ਵਿੱਚ ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਵਿਸਮਕ, ਅਗੇਤਰ, ਪਿਛੇਤਰ, ਤੇ ਅਗੇਤਰ ਪਿਛੇਤਰ ਦੇ ਨਾਲ ਅਸੀਂ ਕਹਿੰਦੇ ਹਾਂ ਅਖਾਣ, ਮੁਹਾਵਰੇ ਤੇ ਲੇਖ ਅਰਜ਼ੀਆਂ ਅਸੀਂ ਜਿਹੜੀਆਂ ਕਰਦੇ ਹਾਂ ਉਹੀ ਸਾਡਾ ਵਿਆਕਰਨ ਹੈ। ਪਰ ਅਜੋਕੇ ਸਮੇਂ ਵਿੱਚ ਵਿਆਕਰਨ ਦੇ ਤੁਸੀਂ ਦੇਖਿਆ ਹੋਣਾ ਇੰਨੇ ਸੁਖਾਲੇ ਜਿਹੇ ਪ੍ਰਸ਼ਨ ਪ੍ਰੀਖਿਆ ਵਿੱਚ ਨਹੀਂ ਆਉਂਦੇ ਜਿੰਨੇ ਕਿ ਅਸੀਂ ਜਿੰਨਾ ਪੜ੍ਹਦੇ ਹਾਂ। ਸਾਨੂੰ ਪੰਜਾਬੀ ਭਾਸ਼ਾ ਦੇ ਬਾਰੇ, ਪੰਜਾਬੀ ਭਾਸ਼ਾ ਦਾ ਵਿਆਕਰਨ ਬਾਰੇ ਹੋਰ ਬਹੁਤ ਸਾਰਾ ਜਿਹੜਾ ਸਾਹਿਤ ਹੈ ਸਾਨੂੰ ਪੜ੍ਹਨਾ ਪਊਗਾ। ਬਹੁਤ ਚੰਗੇ ਚੰਗੇ ਵਿਆਕਰਨ ਸਾਨੂੰ ਪੜ੍ਹਨੇ ਪੈਣਗੇ, ਫਿਰ ਸਾਡੀ ਪਾਰ ਪ੍ਰੀਖਿਆ ਦੇ ਵਿੱਚ ਪਊਗੀ। ਸਾਨੂੰ ਸਭ ਨੂੰ ਪਤਾ ਹੈ ਵਿਅੰਜਨ ਕਿੰਨੇ ਹੁੰਦੇ ਹਨ। ਅਸੀਂ ਪਹਿਲਾਂ 35 ਅੱਖਰੀ ਸੀ, 35 ਅੱਖਰੀ ਵਿੱਚੋਂ 3 ਸਵਰ ਸੀ। ਸੱਸੇ ਤੋਂ ਲੈ ਕੇ ਲਾੜੇ ਤੱਕ ਅਸੀਂ 32 ਵਿਅੰਜਨ ਮੰਨਦੇ ਹਾਂ।
ਉਹਦੇ ਵਿੱਚੋਂ 6 ਅੱਖਰ ਹੋਰ ਪੈਰੀ ਬਿੰਦੀ ਲਾ ਕੇ ਬਣਾਏ ਗਏ, ਜਿਨ੍ਹਾਂ ਵਿੱਚੋਂ 5 ਅੱਖਰ ਜਿਹੜੇ ਹੈ ਉਹ ਫਾਰਸੀ ਜਾਂ ਅਰਬੀ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਵਾਸਤੇ ਉਹ ਹੋਰ ਘੜੇ ਗਏ, ਤੇ ਲੱਲੇ ਪੈਰ ਬਿੰਦੀ ਲਾ ਕੇ ਵੀ ਇੱਕ ਅੱਖਰ ਹੋਰ ਘੜਿਆ ਗਿਆ। ਤੇ ਹੁਣ ਅਜੋਕੇ ਟਾਈਮ ਵਿੱਚ ਸਾਡੇ ਕੋਲੇ ਕੁੱਲ 38 ਵਿਅੰਜਨ ਹਨ ਅਤੇ 3 ਸਵਰ ਹਨ। ਤੇ ਜਦੋਂ ਅਸੀਂ ਧੁਨੀ ਵਿਗਿਆਨ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਸਾਡੇ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਸਵਰ ਧੁਨੀਆਂ ਹੁੰਦੀਆਂ ਹਨ। 10 ਹੁੰਦੀਆਂ ਹਨ। ਤੇ ਸ਼ੁੱਧ ਵਿਅੰਜਨ ਕਿੰਨੇ ਹੁੰਦੇ ਹਨ ਜਾਂ ਵਿਅੰਜਨ ਕਿੰਨੇ ਹੁੰਦੇ ਹਨ, ਉਹਦੇ ਵਿੱਚ ਅਸੀਂ 29 ਵਿਅੰਜਨ ਦੱਸਦੇ ਹਾਂ ਵੀ ਸ਼ੁੱਧ ਵਿਅੰਜਨ ਸਾਡੇ ਕੋਲ ਕਿੰਨੇ ਆ, 29 ਹੈ। ਤੇ ਅਰਧ ਸਵਰ ਸਾਡੇ ਕੋਲੇ 2 ਹੈ, ਦੁੱਤ ਅੱਖਰ ਸਾਡੇ ਕੋਲੇ 3 ਹੈ, ਹਾਹਾ ਰਾਰਾ ਵਾਵਾ ਉਹਦੇ ਬਾਰੇ ਵੀ ਆਪਾਂ ਪੜਾਂਗੇ। ਠੀਕ ਹੈ, ਤੁਸੀਂ ਪੰਜਾਬੀ ਵਰਣਮਾਲਾ ਵਿੱਚ ਦੁੱਤ ਅੱਖਰ ਬਾਰੇ, ਅਰਧ ਸਵਰ ਬਾਰੇ। ਹਾਂ ਪਿਆਰੇ ਬੱਚਿਓ, ਵਿਅੰਜਨ ਧੁਨੀਆਂ ਦਾ ਵਰਗੀਕਰਨ 2 ਤਰੀਕੇ ਨਾਲ ਕੀਤਾ ਜਾਂਦਾ ਹੈ। ਇੱਕ ਤਾਂ ਕਹਿ ਦਿੰਦੇ ਹਾਂ ਆਪਾਂ ਉਚਾਰਨ ਸਥਾਨ ਦੇ ਆਧਾਰ ਤੇ ਜਾਂ ਉਚਾਰਨ ਸਥਾਨ ਦੇ ਪੱਖ ਤੋਂ। ਦੂਜਾ ਹੁੰਦਾ ਹੈ ਉਚਾਰਨ ਢੰਗ ਜਾਂ ਵਿਧੀ ਦੇ ਪੱਖ ਤੋਂ। ਠੀਕ ਹੈ, ਵਿਅੰਜਨ ਧੁਨੀਆਂ ਦਾ ਵਰਗੀਕਰਨ ਆਪਾਂ 2 ਤਰੀਕੇ ਨਾਲ ਕਰਨਾ ਹੈ। ਇੱਕ ਤਾਂ ਉਚਾਰਨ ਸਥਾਨ ਦੇ ਪੱਖ ਤੋਂ, ਇੱਕ ਉਚਾਰਨ ਢੰਗ ਦੇ ਪੱਖ ਤੋਂ। ਹੁਣ ਉੱਪਰ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਹੋਊਗਾ, ਇੱਥੇ ਤੁਸੀਂ ਉੱਪਰ ਲਿਖ ਲੈਣਾ ਇਹਦੇ ਉਚਾਰਨ ਸਥਾਨ। ਠੀਕ ਹੈ, ਇਹਦੇ ਉੱਪਰ ਤੁਸੀਂ ਕੀ ਲਿਖ ਲੈਣਾ ਬਣਾ ਕੇ ਇਹਨੂੰ, ਉਚਾਰਨ ਸਥਾਨ ਦੇ ਪੱਖ ਤੋਂ। ਠੀਕ ਹੈ, ਤੁਹਾਨੂੰ ਇਹ ਲਾਈਨ ਦਿਖਾਈ ਨਹੀਂ ਦੇ ਰਹੀ ਹੋਗੀ, ਪਰ ਤੁਸੀਂ ਇਹਦੇ ਉੱਪਰ ਲਿਖ ਲੈਣਾ ਉਚਾਰਨ ਸਥਾਨ ਦੇ ਪੱਖ ਤੋਂ। ਠੀਕ ਹੈ, ਇੱਧਰ ਮੈਂ ਲਿਖ ਹੀ ਦਿੱਤਾ ਉਚਾਰਨ ਵਿਧੀ ਜਾਂ ਉਚਾਰਨ ਢੰਗ ਦੇ ਪੱਖ ਤੋਂ। ਠੀਕ ਹੈ, ਇਹ ਚੀਜ਼ਾਂ ਆਪਾਂ ਲਿਖ ਦਾਂਗੇ। ਇਹ ਤੁਸੀਂ ਪੂਰੇ ਇਹਨੂੰ ਵੇਖ ਕੇ ਪੂਰੇ ਖਾਨੇ ਗਿਣ ਕੇ ਜਿਵੇਂ ਬਣਾ ਲੈਣੇ ਆ, ਜਿਵੇਂ ਐ 10 ਖਾਨੇ ਬਣਨਗੇ ਇਸ ਤਰੀਕੇ ਨਾਲ। ਜਿਵੇਂ ਲਈਏ ਆਪਾਂ 1 2 3 4 5 6 7 8 9 10 ਖਾਨੇ। ਜਦੋਂ ਆਪਾਂ ਐ ਗੱਲ ਕਰਾਂਗੇ ਇਹਨਾਂ ਦੀ, ਇੱਥੋਂ ਸ਼ੁਰੂ ਕਰਾਂਗੇ, ਆਪਾਂ ਹੋਰ ਵਧਾ ਲਾਂਗੇ, ਇੱਥੋਂ ਸ਼ੁਰੂ ਕਰਦੇ ਹਾਂ ਤਾਂ 1 2 3 4 5 6 7 ਖਾਨੇ ਆਪਣੇ ਇੱਧਰ ਬਣ ਗਏ। ਠੀਕ ਹੈ, ਹੁਣ ਆਪਾਂ ਕੰਠੀ ਧੁਨੀਆਂ, ਇਹਨਾਂ ਦਾ ਜਿਹੜਾ ਪੂਰਾ ਉਚਾਰਨ ਸਥਾਨ ਹੈ, ਕੱਲਾ ਕੱਲਾ ਜਿਹੜਾ ਉਚਾਰਨ ਸਥਾਨ ਹੈ ਆਪਣਾ, ਉਹਦੇ ਬਾਰੇ ਆਪਾਂ ਵਿਸਤਾਰ ਵਿੱਚ ਚਰਚਾ ਕਰਾਂਗੇ। ਹੁਣ ਸਭ ਤੋਂ ਪਹਿਲਾਂ ਜਿਹੜਾ ਕੰਠੀ ਜਿਹੜਾ ਹੈਗਾ ਧੁਨੀਆਂ ਹਨ, ਕੰਠੀ ਧੁਨੀਆਂ ਜਿਹੜੀਆਂ ਕਿਹੜੀਆਂ ਕਿਹੜੀਆਂ ਹਨ। ਕੰਠ ਸਾਨੂੰ ਅਸੀਂ ਗਲੇ ਨੂੰ ਕੰਠ ਕਹਿੰਦੇ ਆ। ਠੀਕ ਹੈ, ਕੰਠੀ ਧੁਨੀਆਂ ਜਿਹੜੀਆਂ ਹੈ ਉਹ ਕੱਕਾ, ਖੱਖਾ, ਗੱਗਾ। ਹੁਣ ਘੱਗਾ ਆਪਾਂ ਇੱਥੇ ਨਹੀਂ ਲਿਖਣਾ, ਉਹਦਾ ਵੀ ਕਾਰਨ ਦੱਸਾਂਗੇ। ਆਪਾਂ ਲਿਖ ਦਾਂਗੇ ਇਸ ਦਾ ਮੂੰਹਾਂ। ਠੀਕ ਹੈ, ਇਹਦਾ ਉਚਾਰਨ ਤੁਹਾਨੂੰ ਮੈਂ ਪਹਿਲਾਂ ਜਦੋਂ ਆਪਾਂ ਵਰਣਮਾਲਾ ਕੀਤੀ ਦੱਸਿਆ ਸੀ ਵੀ ਇਹਦਾ ਉਚਾਰਨ ਆਪਾਂ ਮੂੰਹਾਂ ਕਰਨਾ, ਮੂੰਹਾਂ। ਠੀਕ ਹੈ, ਜਿਹੜਾ ਨੱਕ ਰਾਹੀਂ ਪੂਰੀ ਆਵਾਜ਼ ਸਾਡੀ ਆਵੇ, ਮੂੰਹਾਂ ਕਰਨਾ ਹੈ ਉਚਾਰਨ, ਮੂੰਹਾਂ। ਠੀਕ ਹੈ, ਫਿਰ ਆਪਾਂ ਤਾਲਵੀ। ਹੁਣ ਕੰਠੀ ਕੀ ਚੀਜ਼ ਹੈ? ਕੰਠੀ ਜਿਹੜੀਆਂ ਧੁਨੀਆਂ ਹੁੰਦੀਆਂ ਹਨ, ਸਭ ਤੋਂ ਜਿਹੜਾ ਆਪਣਾ ਬੋਲਦੇ ਹਾਂ ਅਸੀਂ ਜਿਹੜੀਆਂ ਵੀ ਧੁਨੀਆਂ, ਸਭ ਤੋਂ ਸਾਡਾ ਰੋਲ ਉਹਦੇ ਵਿੱਚ ਹੈਗਾ ਹੈ ਸਾਡੇ ਸਾਹ ਦਾ। ਜੇ ਸਾਹ ਸਾਡੇ ਨਾਲ ਸਾਡੇ ਉੱਪਰੋਂ ਫੇਫੜਿਆਂ ਤੋਂ ਤਾਂ ਨੂੰ ਆਊਗਾ ਤਾਂ ਹੀ ਤਾਂ ਕੋਈ ਨਾਦ ਉਤਪੰਨ ਹੋਊਗਾ ਜਾਂ ਅਸੀਂ ਬੋਲਾਂਗੇ, ਨਹੀਂ ਤਾਂ ਅਸੀਂ ਨਹੀਂ ਬੋਲ ਸਕਦੇ। ਸਾਹ ਦਾ ਹੀ ਕਮਾਲ ਹੈ। ਠੀਕ ਹੈ, ਤੇ ਜਦੋਂ ਸਾਹ ਦੀ ਹਵਾ ਨੂੰ ਰੋਕਣ ਵਾਲਾ ਕੌਣ ਹੈ? ਸਾਡੀ ਜੀਭ ਹੈ। ਜੀਭ ਸਾਡੀ ਬੜਾ ਕਾਰਜਸ਼ੀਲ ਰਹਿੰਦੀ ਹੈ। ਆਪਾਂ ਤੁਸੀਂ ਪੜ੍ਹ ਕੇ ਆਏ ਹੋ ਅਗਲੇ ਸਵਰ ਕਿਹੜੇ ਹੈ, ਪਿਛਲੇ ਸਵਰ ਕਿਹੜੇ ਹੈ, ਜਿਨ੍ਹਾਂ ਵਿੱਚ ਜੀਭ ਉੱਪਰ ਉੱਠਦੀ ਹੈ, ਜਿਨ੍ਹਾਂ ਵਿੱਚ ਜੀਭ ਬਿਲਕੁਲ ਫਲੈਟ ਪਈ ਰਹਿੰਦੀ ਹੈ। ਠੀਕ ਹੈ, ਇਹਦੇ ਬਾਰੇ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਵਿੱਚ ਦੇਖ ਚੁੱਕੇ ਹੋ। ਹੁਣ ਆਪਾਂ ਗੱਲ ਕਰਦੇ ਹਾਂ ਕੰਠੀ ਧੁਨੀਆਂ ਦੀ। ਕੰਠੀ ਧੁਨੀਆਂ ਸਾਡੇ ਕੋਲੇ ਕੱਕਾ, ਖੱਖਾ, ਗੱਗਾ, ੰਘਾ ਇਹ ਆ ਗਈਆਂ। ਠੀਕ ਹੈ, ਤੇ ਇਹਨਾਂ ਦੇ ਉਚਾਰਨ ਵੇਲੇ ਸਾਡੀ ਜਿਹੜੀ ਜੀਭ ਹੈ ਉਹ ਬਿਲਕੁਲ ਸਾਹ ਦੀ ਹਵਾ ਨੂੰ
ਕੋਮਲ ਤਾਲੂ ਜਿਹੜਾ ਸਾਡਾ ਹੈ ਉਹਦੇ ਨਾਲ ਲੱਗ ਕੇ ਸਾਹ ਦੀ ਹਵਾ ਨੂੰ ਰੋਕਦੀ ਹੈ। ਤਾਂ ਹੀ ਅਸੀਂ ਇਹਨੂੰ ਕੋਮਲ ਤਾਲੂ ਧੁਨੀਆਂ ਵੀ ਕਹਿ ਦਿੰਦੇ ਆ ਤੇ ਕੰਠੀ ਧੁਨੀਆਂ ਵੀ ਕਹਿ ਦਿੰਦੇ ਆ। ਹੁਣ ਸਾਡੇ ਕੋਲ ਤਾਲਵੀ ਹੈ, ਜਿਹੜੀਆਂ ਤਾਲਵੀ ਧੁਨੀਆਂ ਸਾਡੀਆਂ ਜਿਹੜੀਆਂ ਹੈਗੀਆਂ ਉਹ ਹੈ ਚੱਚਾ, ਛੱਛਾ, ਜੱਜਾ ਤੇ ਨੀਆਂ, ਯਈਆਂ। ठीक है, ਹੁਣ ਆਪਾਂ ਇੱਥੇ ਝੱਜਾ ਨਹੀਂ ਲਿਖਿਆ, ਠੀਕ ਹੈ, ਇਹ ਹੈ ਯਈਆਂ। ਫਿਰ ਹੈ ਤਾਲਵੀ ਧੁਨੀਆਂ ਨੂੰ ਬੋਲਣ ਵੇਲੇ ਆਪਾਂ ਡਾਇਗਰਾਮ ਬਣਾਵਾਂਗੇ। ਇਸ ਤੋਂ ਬਾਅਦ ਤੁਸੀਂ ਇੱਕ ਵਾਰੀ ਆਹ ਬਣਾ ਲਓ, ਫਿਰ ਅਸੀਂ ਆਪਣਾ ਜਿਹੜਾ ਕਪਾਲ ਜਿਹੜਾ ਸਾਡੀ ਸਟਰਕਚਰ ਹੈ, ਜਿਹੜਾ ਤੁਸੀਂ ਥੰਬਨੇਲ 'ਚ ਵੇਖਿਆ ਹੋਣਾ, ਉਹ ਬਣਾ ਕੇ ਉਹਦੇ ਆਧਾਰ ਤੇ ਆਪਾਂ ਵੇਖਾਂਗੇ ਸਾਡਾ ਦੰਦ ਪਠਾਰ ਕਿੱਥੇ ਹੈ। ਦੰਦ ਪਠਾਰ ਤੋਂ ਬਾਅਦ ਸਖਤ ਤਾਲੂ ਆਉਂਦਾ ਹੈ, ਸਖਤ ਤਾਲੂ ਤੋਂ ਬਾਅਦ ਸਾਡੇ ਆਉਂਦਾ ਹੈ ਕੋਮਲ ਤਾਲੂ, ਜਿਹਨੂੰ ਅਸੀਂ ਤਾਲੂ ਨੂੰ ਤਾਲੂਆ ਕਹਿੰਦੇ ਆ, ਠੀਕ ਹੈ। ਕੋਮਲ ਤਾਲੂ ਸਾਡੇ ਆਉਂਦਾ ਹੈ। ਕੋਮਲ ਤਾਲੂ ਤੋਂ ਬਾਅਦ ਸਾਡੇ ਕਾਗਲ ਕਾਂ ਆਉਂਦਾ ਹੈ, ਠੀਕ ਹੈ। ਤੇ ਜਦੋਂ ਸਾਡੀ ਆਪਣੇ ਫੇਫੜਿਆਂ ਤੋਂ ਹਵਾ ਆਉਂਦੀ ਉੱਪਰ ਨੂੰ ਆਉਂਦੀ ਹੈ ਤੇ ਨਾਦ ਤੰਤਰੀਆਂ ਹੁੰਦੀਆਂ ਜਿਹੜੀਆਂ ਕੰਬਾਹਟ ਜਾਂ ਕੰਪਨ ਪੈਦਾ ਕਰਦੀਆਂ, ਠੀਕ ਹੈ। ਤੇ ਜਦੋਂ ਆਪਾਂ ਤਾਲਵੀ ਧੁਨੀਆਂ ਜਿਹੜੀਆਂ ਹੁੰਦੀਆਂ ਹਨ, ਇਹਨਾਂ ਨੂੰ ਤਾਲਵੀ ਧੁਨੀਆਂ ਨੂੰ ਉਚਾਰਨ ਵੇਲੇ ਸਾਡੀ ਜਿਹੜੀ ਜੀਭ ਹੈ ਉਹ ਦੰਦ ਪਠਾਰ ਅਤੇ ਜਿਹੜਾ ਹੈ ਸਖਤ ਤਾਲੂਆ ਹੈ ਉਹਦੇ ਵਿਚਕਾਰ, ਉਹਦੇ ਦਰਮਿਆਨ ਇਹ ਸਾਹ ਦੀ ਹਵਾ ਨੂੰ ਰੋਕਦੀ ਹੈ, ਠੀਕ ਹੈ। ਉਹਨੂੰ ਤਾਲਵੀ ਧੁਨੀਆਂ ਕਹਿੰਦੇ ਆਪਾਂ, ਠੀਕ ਹੈ। ਲੱਗਦੀਆਂ ਦੋਨੇ ਤਾਲੂਏ ਨਾਲ ਹੀ ਹੈ। ਉਸ ਤੋਂ ਬਾਅਦ ਆਏ ਨੇ ਮੁਰਦਨੀ। ਮੁਰਦਨੀ ਨੂੰ ਆਪਾਂ ਉਲਟ ਜੀਭ ਵੀ ਕਹਿੰਦੇ ਆ, ਠੀਕ ਹੈ। ਜਿਹੜਾ ਜੀਭ ਦਾ ਸਾਡਾ ਪਿਛਲਾ ਪਾਸਾ ਹੈ, ਉਹ ਸਾਡੀ ਜੀਭ ਦਾ ਪਿਛਲਾ ਪਾਸਾ ਸਖਤ ਤਾਲੂਏ ਨਾਲ ਲੱਗ ਕੇ ਸਾਹ ਦੀ ਹਵਾ ਨੂੰ ਰੋਕਦਾ ਹੈ, ਤਾਂ ਉਹਨੂੰ ਅਸੀਂ ਮੁਰਦਨੀ ਜਾਂ ਉਲਟ ਜੀਭੀ ਧੁਨੀਆਂ ਆਖਦੇ ਹਾਂ। ਕਿਹੜੀਆਂ ਕਿਹੜੀਆਂ ਨੇ? ਟੈਂਕਾ, ਠੱਠਾ, ਡੱਡਾ। ਢੱਡਾ ਆਪਾਂ ਨਹੀਂ ਕਵਾਂਗੇ, ਇੱਥੇ ਆਪਾਂ ਲਿਖ ਦਾਂਗੇ ਇੱਥੇ ਢੱਡਾ ਹੈ। ਲਿਖਣਾ ਹੋਵੇ ਤਾਂ ਸਾਰੀਆਂ ਲਿਖ ਸਕਦੇ ਆਪਾਂ। ਉਹ ਕਿਹੜੀਆਂ? ਨਾਦੀ ਮਹਾਪ੍ਰਾਣ ਹਨ, ਜਿਹੜੀਆਂ 4 ਨੰਬਰ ਤੇ ਹਰ ਵਰਗ ਦੀਆਂ ਆਉਂਦੀਆਂ ਧੁਨੀਆਂ। ਘੱਗਾ, ਜਿਹੜੀਆਂ ਘੱਗਾ, ਝੱਜਾ, ਢੱਡਾ, ਧੱਦਾ, ਠੀਕ ਹੈ, ਪੱਬਾ। ਇਹ ਜਿਹੜੀਆਂ ਧੁਨੀਆਂ ਹਨ ਇਹ ਨਾਦੀ ਮਹਾਪ੍ਰਾਣ ਧੁਨੀਆਂ ਹਨ, ਠੀਕ ਹੈ। ਇਹਨਾਂ ਦੀ ਜਿਹੜਾ ਥਾਂ ਹੁਣ ਸੁਰ ਨੇ ਲੈ ਲਿਆ, ਇਸ ਕਰਕੇ ਆਪਾਂ ਇਹਨਾਂ ਨੂੰ ਇੱਥੇ ਨਹੀਂ ਲਿਖ ਰਹੇ, ਠੀਕ ਹੈ। ਇੱਥੇ ਸਾਡਾ ਆ ਜਾਏਗਾ ਅਣਾ, ਠੀਕ ਹੈ। ਫਿਰ ਦੰਤੀ। ਜਦੋਂ ਸਾਡੀ ਜੀਭ ਉੱਪਰਲੇ ਦੰਦਾਂ ਦੇ ਪਿਛਲੇ ਪਾਸੇ ਲੱਗ ਕੇ ਸਾਹ ਦੀ ਹਵਾ ਨੂੰ ਰੋਕਦੀ ਹੈ, ਉਹਨਾਂ ਨੂੰ ਦੰਤੀ ਧੁਨੀਆਂ ਕਹਿੰਦੇ ਆ। ਬਿਲਕੁਲ ਸੌਖਾ ਜਿਹਾ ਹੀ ਹੈ, ਠੀਕ ਹੈ। ਕਿਹੜੀਆਂ? ਤੱਤਾ, ਤੱਤਾ, ਠੱਠਾ, ਦੱਦਾ, ਤੱਦਾ, ਨੰਨਾ, ਠੀਕ ਹੈ। फिर है होठी धुनिया, बिल्कुल सौखा है। होठी धुनिया के उच्चारण वेले साह की हवा को साडे बुल्हां दे राही रोकिया जाता है, ठीक है। बस एक पप्पा, फफ्फा, बब्बा ते पब्बा। पब्बा आप नहीं लिखते, मम्मा लिखते इस टाइम, मम्मा, ठीक है। ये साडे कोले ਜਿਹੜੀਆਂ ਉਚਾਰਨ ਸਥਾਨ ਦੇ ਪੱਖ ਤੋਂ ਧੁਨੀਆਂ ਦਾ ਅਸੀਂ ਲਿਖਤੀਆਂ। ਹੁਣ ਅਸੀਂ ਕੁਝ ਹੋਰ ਜਿਹੜੀਆਂ ਉਚਾਰਨ ਵਿਧੀ ਦੇ ਪੱਖ ਤੋਂ ਜਦੋਂ ਆਪਾਂ ਲਿਖਦੇ ਹਾਂ ਇਧਰੋਂ, ਜਿਹੜਾ ਸਾਡੇ ਇੱਕ ਕੱਕੇ ਤੋਂ ਲੈ ਕੇ ਪੱਪੇ ਵਰਗ ਤੱਕ ਹਰ ਵਰਗ ਦੇ 3 ਅੱਖਰ ਕੱਕਾ, ਖੱਖਾ, ਗੱਗਾ, 3 ਅੱਖਰ ਜਿਹੜੇ ਹੈ ਇਹਨਾਂ ਨੂੰ ਢਕਵੇਂ ਵਿਅੰਜਨ ਕਿਹਾ ਜਾਂਦਾ ਹੈ, ਠੀਕ ਹੈ। ਇਹਨੂੰ ਢਕਵੇਂ ਵਿਅੰਜਨ ਕਿਹਾ ਜਾਂਦਾ ਹੈ, ਠੀਕ ਹੈ। 15 ਜਿਹੜੇ ਅੱਖਰ ਨੇ ਕੱਕਾ, ਖੱਖਾ, ਗੱਗਾ, ਚੱਚਾ, ਛੱਛਾ, ਜੱਜਾ, ਟੈਂਕਾ, ਠੱਠਾ, ਡੱਡਾ, ਤੱਤਾ, ਤੱਥਾ, ਦੱਦਾ, ਪੱਪਾ, ਫੱਫਾ, ਬੱਬਾ, ਇਹ ਕਿਹੜੇ ਨੇ? ਢਕਵੇਂ ਵਿਅੰਜਨ ਹਨ। ਇਹਦੇ ਬਾਰੇ ਵੀ ਆਪਾਂ ਇਹਦੀ ਪਰਿਭਾਸ਼ਾ ਪੜਾਂਗੇ, ਠੀਕ ਹੈ। ਜਿਹੜੇ ਬੱਚੇ
ਤਿਆਰੀਆਂ ਕਰਦੇ ਨੇ ਉਹਨਾਂ ਨੂੰ ਧਿਆਨ ਹੈ, ਜਿਨ੍ਹਾਂ ਨੇ ਐਗਜ਼ਾਮ ਦਿੱਤਾ ਹੈ, ਜਿਨ੍ਹਾਂ ਨੇ ਪੇਪਰ ਦਿੱਤੇ ਨੇ ਬੱਚਿਆਂ ਨੇ, ਉਹਨਾਂ ਨੂੰ ਧਿਆਨ ਹੈ ਕਿ ਜਿਹੜੀਆਂ ਧੁਨੀਆਂ ਦੇ ਵਰਗੀਕਰਨ ਵਿੱਚੋਂ, ਚਾਹੇ ਉਹ ਸਵਰ ਧੁਨੀਆਂ ਹੋਣ, ਚਾਹੇ ਉਹ ਵਿਅੰਜਨ ਧੁਨੀਆਂ ਹੋਣ, ਉਹਦੇ ਵਿੱਚੋਂ ਪ੍ਰਸ਼ਨ 100% ਉਹਦੇ ਵਿੱਚੋਂ ਪ੍ਰਸ਼ਨ ਆਉਂਦੇ ਹੀ ਆਉਂਦੇ ਆ। ਠੀਕ ਹੈ, ਤਾਂ ਇਹ ਵੀ ਆਪਾਂ ਹਵਾ 'ਚ ਤੀਰ ਨਹੀਂ ਮਾਰ ਰਹੇ। ਜੇ ਆਪਾਂ ਪੜ੍ਹ ਰਹੇ ਹਾਂ ਤਾਂ ਸਾਨੂੰ ਪਤਾ ਹੈ ਕਿ ਇਹਦੇ ਵਿੱਚੋਂ ਵੀ ਪ੍ਰਸ਼ਨ ਸਾਡੇ ਆਉਣ ਦੀ ਪੂਰੀ ਸੰਭਾਵਨਾ ਹੈ। ਠੀਕ ਹੈ, ਉਚਾਰਨ ਸਥਾਨ ਦੇ ਪੱਖ ਤੋਂ ਤੁਸੀਂ ਵੇਖ ਚੁੱਕੇ ਹੋ। ਸੁਰਜੰਤਰੀ ਜਿਹੜੀਆਂ ਧੁਨੀ ਹੈ ਉਹ ਸਾਡੇ ਕੋਲੇ ਹਾ ਹੈ, ਹਾ। ਠੀਕ ਹੈ, ਹੁਣ ਆਪਾਂ ਪਾਸੇਦਾਰ ਸਾਡੇ ਕੋਲੇ ਹੈ ਲੱਲੇ ਪੈਰ ਬਿੰਦੀ ਤੇ ਲੱਲਾ। ਠੀਕ ਹੈ, ਫਿਰ ਕੰਬਵਾ ਸਾਡੇ ਕੋਲੇ ਹੈ ਰੈ। ਠੀਕ ਹੈ, ਪਾਸੇਦਾਰ ਲੱਲੇ ਪੈਰ ਬਿੰਦੀ ਤੇ ਲੱਲਾ, ਕੰਬਵਾ ਸਾਡੇ ਕੋਲੇ ਰੈ ਰਾ। ਠੀਕ ਹੈ, ਫਿਰ ਸੰਘਰਸ਼ੀ ਸੱਸੇ ਪੈਰ ਬਿੰਦੀ ਆਏ। ਹੁਣ ਆਪਾਂ ਗੱਲ ਕਰ ਲੈਣੇ ਆ ਉਚਾਰਨ ਵਿਧੀ। ਹੁਣ ਢਕਵੇਂ ਵਿਅੰਜਨ ਸਾਡੇ ਕੋਲੇ 15 ਹਨ, ਜਿਵੇਂ ਕੈ ਵਰਗ ਤੋਂ ਲੈ ਕੇ ਪੈ ਵਰਗ ਤੱਕ ਹਰ ਵਰਗ ਦਾ ਪਹਿਲਾ, ਦੂਜਾ, ਤੀਜਾ ਅੱਖਰ। ਠੀਕ ਹੈ, ਇਹ ਪੂਰੇ 15 ਜਿਹੜੇ ਅੱਖਰ ਨੇ, 15 ਜਿਹੜੇ ਵਰਗ ਨੇ, 15 ਜਿਹੜੀਆਂ ਧੁਨੀਆਂ ਹਨ, ਇਹ ਕੀ ਵੀ ਢਕਵੇਂ ਵਿਅੰਜਨ ਹਨ। ਠੀਕ ਹੈ, ਉਸ ਤੋਂ ਬਾਅਦ ਆਪਾਂ ਜਿਹੜੇ ਕਰ ਲੈਣੇ ਆ ਵੀ ਅਨਾਦੀ ਜਾਂ ਆਗੋਸ਼ ਇੱਕੋ ਗੱਲ ਹੈ, ਚਾਹੇ ਅਨਾਦੀ ਕਹਿ ਲਓ ਜਾਂ ਆਗੋਸ਼ ਕਹਿ ਲਓ ਜਾਂ ਨਾਦੀ ਕਹਿ ਲਓ ਜਾਂ ਸਗੋਸ਼ ਕਹਿ ਲਓ। ਠੀਕ ਹੈ, ਅਨਾਦੀ ਜਾਂ ਆਗੋਸ਼ ਜਿਹੜੀ ਅਲਪਰਾਨ ਧੁਨੀਆਂ ਹਨ ਉਹ ਕਿਹੜੀਆਂ ਕਿਹੜੀਆਂ ਹਨ? ਕੱਕਾ, ਚੱਚਾ, ਟੈਕਾ, ਤੱਤਾ ਤੇ ਪੱਪਾ। ਹਰ ਵਰਗ ਦਾ ਪਹਿਲਾ ਜਿਹੜਾ ਅੱਖਰ ਹੈ ਉਹ ਕੀ ਹੈ? ਅਲਪਰਾਨ ਧੁਨੀਆਂ ਹਨ, ਅਨਾਦੀ ਅਲਪਰਾਨ। ਠੀਕ ਹੈ, ਹਰ ਵਰਗ ਦਾ ਦੂਜਾ ਅੱਖਰ, ਠੀਕ ਹੈ, ਕੱਕੇ ਤੋਂ ਲੈ ਕੇ ਪੱਪੇ ਵਰਗ ਤੱਕ ਜਿਹੜੇ ਦੂਜਾ ਅੱਖਰ ਹੈ ਉਹ ਕੀ ਹੈ? ਅਨਾਦੀ ਮਹਾਪ੍ਰਾਣ ਹਨ। ਠੀਕ ਹੈ, ਕੱਖਾ, ਚੱਛਾ, ਠੱਠਾ, ਥੱਥਾ, ਫੱਫਾ। ਠੀਕ ਹੈ, ਅਨਾਦੀ ਜਿਹੜੀਆਂ ਸਗੋਸ਼ ਹੈ ਜਾਂ ਅਲਪਰਾਨ ਧੁਨੀਆਂ ਹਨ ਉਹ ਕਿਹੜੀਆਂ ਹਨ? ਕੱਕੇ ਵਰਗ ਤੋਂ ਲੈ ਕੇ ਪੱਪੇ ਵਰਗ ਤੋਂ ਤੀਜਾ ਜਿਹੜਾ ਅੱਖਰ ਹੈ ਉਹ ਸਾਡੇ ਕੀ ਹੈ? ਅਨਾਦੀ ਅਲਪਰਾਨ ਧੁਨੀਆਂ ਹਨ, ਗੱਗਾ, ਜੱਜਾ, ਡੱਡਾ, ਦੱਦਾ ਤੇ ਬੱਬਾ। ਠੀਕ ਹੈ, ਫਿਰ ਸਾਡੇ ਕੋਲੇ ਜਿਹੜੀਆਂ ਅਨਾਦੀ ਮਹਾਪ੍ਰਾਣ ਹਨ, ਅਨਾਦੀ ਮਹਾਪ੍ਰਾਣ ਧੁਨੀਆਂ ਸਾਡੇ ਕੋਲ ਕਿਹੜੀਆਂ ਹਨ? ਜਿਹੜੀਆਂ ਅਨਾਦੀ ਮਹਾਪ੍ਰਾਣ ਧੁਨੀਆਂ ਹਨ ਉਹ ਸਾਡੇ ਕੋਲੇ ਕਿੰਨੀਆਂ ਹਨ? 5 ਹਨ। ਘੱਗਾ, ਝੱਜਾ, ਢੱਡਾ, ਤੱਦਾ ਤੇ ਪੱਬਾ। ਇਹਨਾਂ ਦੀ ਜਗ੍ਹਾ ਹੁਣ ਸੁਰ ਨੇ ਲੈ ਲਈ ਹੈ। ਇਹਨਾਂ ਬਾਰੇ ਵੀ ਆਪਾਂ ਵਿਸਤਾਰ ਨਾਲ ਗੱਲ ਕਰਾਂਗੇ ਅਗਲੇ ਲੈਸਨਾਂ ਦੇ ਵਿੱਚ। ਉਸ ਤੋਂ ਬਾਅਦ ਸਾਡੇ ਕੋਲੇ ਨਾਸਕੀ ਧੁਨੀਆਂ, ਜਿਨ੍ਹਾਂ ਦੀ ਆਵਾਜ਼ ਨੱਕ ਰਾਹੀਂ ਆਉਂਦੀ ਹੈ, ਮੂੰਹਾਂ, ਯਈਆਂ, ਆਣਾ, ਨਾ ਤੇ ਮੰਮਾ। ਠੀਕ ਹੈ, ਫਿਰ ਆਪਾਂ ਪਾਸੇਦਾਰ ਸਾਡੇ ਕੋਲ ਜਿਹੜੇ ਵਿਅੰਜਨ ਧੁਨੀਆਂ ਹਨ ਉਹ ਲੱਲੇ ਪੈਰ ਬਿੰਦੀ, ਮੁਰਦਨੀ ਵੀ ਹੈ ਤੇ ਪਾਸੇਦਾਰ ਵੀ ਹੈ। ਫਟਕਵਾਂ ਜਿਹੜਾ ਵਿਅੰਜਨ ਧੁਨੀ ਹੈ ਸਾਡੇ ਕੋਲੇ ਉਹ ਡਾਢਾ ਹੈ ਅਤੇ ਮੁਰਦਨੀ ਵੀ ਹੈ ਤੇ ਫਟਕਮਾ ਵੀ ਹੈ। ਠੀਕ ਹੈ, ਜਿਹੜਾ ਸੰਘਰਸ਼ੀ ਹੈ, ਸੱਸੇ ਪੈਰ ਬਿੰਦੀ, ਤਾਲਵੀ ਵੀ ਹੈ, ਸੰਘਰਸ਼ੀ ਵੀ ਹੈ। ਠੀਕ ਹੈ, ਸੱਸਾ ਸਾਡੇ ਕੋਲ ਇਕੱਲਾ ਦੰਤੀ ਵੀ ਹੈ ਤੇ ਸੰਘਰਸ਼ੀ ਵੀ ਹੈ। ਅਰਧ ਸਵਰ ਸਾਡੇ ਕੋਲੇ ਸਰਕਮਾ ਵੀ ਹੈ, ਯਈਆ ਅਤੇ ਵਾਵਾ ਕੀ ਹੈ? ਹੋਠੀ ਵੀ ਹੈ ਅਤੇ ਤਾਲਵੀ ਵੀ ਹੈ। ਠੀਕ ਹੈ, ਪ੍ਰਸ਼ਨ ਇਸ ਵੀ ਜਿਹੜਾ ਹੈ ਅੜਾੜਾ ਕੀ ਚੀਜ਼ ਹੈ? ਫਟਕਵਾਂ, ਮੁਰਦਨੀ, ਫਟਕਵਾਂ ਤਾਲਵੀ, ਫਟਕਵਾਂ ਦੰਤੀ, ਫਟਕਵਾਂ ਹੋਠੀ। ਇਸ ਤਰੀਕੇ ਨਾਲ ਪ੍ਰਸ਼ਨ ਆ ਜਾਂਦਾ ਹੈ। ਜੇ ਸਾਨੂੰ ਧਿਆਨ ਹੈ, ਅਸੀਂ ਸਾਰਣੀ ਬਣਾਈ ਹੋਊਗੀ, ਅਸੀਂ ਕਹਿ ਦਾਂਗੇ ਫਟਕਵਾਂ ਜਿਹੜਾ ਵਿਅੰਜਨ ਹੈ ਉਹ ਕੀ ਹੈ? ਮੁਰਦਨੀ ਹੈ, ਫਟਕਵਾਂ ਮੁਰਦਨੀ ਹੈ, ਅੜਾੜਾ ਹੈ। ਠੀਕ ਹੈ, ਤੇ ਸਾਡਾ ਜਿਹੜਾ ਉਹ ਇਹਦੇ ਵਿੱਚ ਗਲਤੀ ਹੋਣ ਦੀ ਗੁੰਜਾਇਸ਼ ਜਿਹੜੀ ਬਹੁਤ ਘੱਟ ਹੁੰਦੀ ਹੈ। ਠੀਕ ਹੈ, ਤਾਂ ਤੁਸੀਂ ਇਹ ਉਤਾਰ ਲਓ ਚੰਗੇ ਤਰੀਕੇ ਨਾਲ, ਬਣਾ ਲਓ ਸਾਰਣੀ, 1-2 ਵਾਰੀ ਬਣਾ ਕੇ ਦੇਖੋ। ਠੀਕ ਹੈ, ਫਿਰ ਆਪਾਂ ਇਹਦੀ ਜਿਹੜੀ ਪਰਿਭਾਸ਼ਾ ਜਿਹੜੀ ਹੈਗੀ ਹੈ, ਮਤਲਬ ਹਰ ਅੱਖਰ ਦੀ ਜਿਹੜੀ ਹਰ ਆਪਣੇ ਉਚਾਰਨ ਸਥਾਨ ਦੀ ਪਰਿਭਾਸ਼ਾ, ਕੰਠੀ ਕੀ ਹੁੰਦੀ ਹੈ, ਤਾਲਵੀ ਕੀ ਹੁੰਦੀਆਂ ਹਨ, ਅਲਪ੍ਰਾਣ ਕੀ ਹੁੰਦਾ ਹੈ, ਮਹਾਪ੍ਰਾਣ ਕੀ ਹੁੰਦਾ ਹੈ, ਤੇ ਇਹਦੇ ਬਾਰੇ ਆਪਾਂ
ਅਗਲੀ ਵੀਡੀਓ ਵਿੱਚ ਗੱਲ ਕਰਾਂਗੇ। ਇਹ ਜਦੋਂ ਬਣਾ ਲਿਆ ਫਿਰ ਆਪਾਂ ਗੱਲ ਕਰਦੇ ਹਾਂ। ਠੀਕ ਹੈ, ਉਤਾਰ ਲਿਆ ਸਾਰਿਆਂ ਨੇ? ਤੂੰ ਉਤਾਰ ਲਿਆ ਬਈ? ਉਤਾਰ ਲੈ ਕੇ ਚਲ ਠੀਕ ਹੈ, ਝੂਠ ਨਾ ਮਾਰੀ। ਫਿਰ ਦੇਖ ਲਾ ਪ੍ਰੀਖਿਆ ਦੇ ਵਿੱਚੋਂ ਜੇ 1-2 ਨੰਬਰ ਆਏ, ਜੇ ਪੁੱਛਣ ਆ ਗਿਆ ਤੇ ਫਿਰ ਰੋਏਗਾ, ਮੱਥੇ ਨੂੰ ਹੱਥ ਮਾਰੇਗਾ। ਇਹ ਸਾਡੇ ਕੋਲ ਇੱਕ ਖੋਪੜੀ ਦਾ ਸਟਰਕਚਰ ਬਣਾ ਲਿਆ ਸੀ। ਇਹ ਸਾਡੀ ਜੀਭ ਹੈ। ਜੀਭ ਨੂੰ ਥੋੜਾ ਜ਼ਿਆਦਾ ਵੱਡਾ ਬਣਾਤਾ ਮੈਂ। ਜੀਭ ਸਾਡੀ ਕਰਤੀ ਵੱਡੇ ਵੱਡੇ ਕੰਮ ਹੈ। ਇਹ ਸਾਡੀ ਜੀਭ ਹੈ। ਜਦੋਂ ਆਪਾਂ ਬੋਲ ਯੰਤਰ ਬਣਾਉਣੇ ਆ, ਸਾਡੇ ਕੋਲੇ ਜਿਵੇਂ ਆ ਅਸੀਂ ਬੁੱਲ ਹੈ, ਇਤਨੇ ਇੱਥੇ ਬੁੱਲ, ਠੀਕ ਹੈ। ਬੁੱਲਾਂ ਦੇ ਵਿੱਚ ਹੈਗੇ ਸਾਡੇ ਦੰਦ। ਦੰਦ ਦਾ ਜਿਹੜਾ ਪਿਛਲਾ ਪਾਸਾ ਹੈ ਇਹਨੂੰ ਕਹਿੰਦੇ ਦੰਦ ਪਠਾਰ। ਹੁਣ ਥੋੜਾ ਦੇਖੋ ਵੀ ਤੁਸੀਂ, ਇਹ ਤੁਸੀਂ ਚਿੱਤਰ ਬਣਾ ਲੈਣਾ ਇਸ ਤਰੀਕੇ ਨਾਲ, ਬਣਾ ਲਓਗੇ ਨਾ? ਠੀਕ ਹੈ, ਬਣਾ ਲਿਆ ਚਿੱਤਰ ਤੁਸੀਂ। ਜਦੋਂ ਚਿੱਤਰ ਬਣਾ ਲਿਆ, ਆਹ ਸਾਡੀ ਜੀਭ ਬਣਾ ਦੇਣੀ ਹੈ, ਜਿਹਦੇ ਸਾਨੂੰ ਚੰਗਾ ਵੀ ਬਣਾਉਂਦੀ ਹੈ, ਸਾਨੂੰ ਮਾੜਾ ਵੀ ਬਣਾਉਂਦੀ ਹੈ। ਜੀਭ ਜਦੋਂ ਬਣਾਤੀ ਸਾਡੀ ਇਸ ਤਰੀਕੇ ਨਾਲ, ਆਹ ਸਾਡਾ ਮੂੰਹ ਪੋਲ ਹੈ, ਆਹ ਸਾਡਾ ਨੱਕ ਪੋਲ ਹੈ, ਠੀਕ ਹੈ, ਜਿਹਦੇ ਲਈ ਅਸੀਂ ਸਾਹ ਲੈਂਦੇ ਹਾਂ। ਠੀਕ ਹੈ, ਆਹ ਸਾਡੇ ਬੁੱਲ ਆ ਗਏ, ਜਿਹੜੇ ਹੋਠੀ ਧੁਨੀਆਂ ਨੂੰ ਬੋਲਣ ਵੇਲੇ ਕੰਮ ਦਿੰਦੇ ਆ, ਤਾਂ ਹੁੰਦਾ ਹੈ। ਇਹ ਸਾਡੇ ਦੰਦ ਹੈ, ਦੰਦ ਦੇ ਪਿਛਲਾ ਪਾਸਾ ਜਿਹੜਾ ਦੰਦ ਪਠਾਰ ਹੈ। ਠੀਕ ਹੈ, ਇਹ ਸੁਰਤੰਦਾਂ ਹਨ, ਇਹਨੂੰ ਸੁਰਜੰਤਰੀ ਕਹਿੰਦੇ। ਸੁਰਜੰਤਰੀ ਜਿਹਦਾ ਹੋਏ ਦਾ ਉਚਾਰਨ ਇੱਥੋਂ ਹੁੰਦਾ ਹੈ। ਠੀਕ ਹੈ, ਆਪਾਂ ਲਿਖਿਆ ਸੀ ਨਾ ਤੁਸੀਂ ਪਹਿਲਾਂ। ਫਿਰ ਆਪਣੇ ਕੋਲੇ ਹੁਣ ਆਪਾਂ ਗੱਲ ਕਰਨੀ ਹੈ ਜਿਹੜਾ ਆਪਾਂ ਕੰਠੀ ਧੁਨੀਆਂ ਦੇ ਉਚਾਰਨ ਵੇਲੇ ਬੋਲਦੇ ਆ। ਇਹ ਸਾਡਾ ਬੋਲ ਯੰਤਰ ਬਣ ਗਿਆ ਪੂਰਾ। ਠੀਕ ਹੈ, ਇਹਦੇ ਵਿੱਚ ਕਈ ਚੀਜ਼ਾਂ ਛੁੱਟ ਗਈਆਂ ਹੋਣੀਆਂ। ਠੀਕ ਹੈ, ਜਿਵੇਂ ਸਭ ਤੋਂ ਪਹਿਲਾਂ ਦੰਦ ਪਠਾਰ ਆ ਗਿਆ। ਦੰਦ ਪਠਾਰ ਦਾ ਜਿਹੜਾ ਪਿਛਲਾ ਪਾਸਾ ਆਪਾਂ ਆਹ ਪਾਸਾ ਹੈ, ਇਹਨੂੰ ਕਹਿੰਦੇ ਆਪਾਂ ਸਖਤ ਤਾਲੂ। ਆਪਾਂ ਇੱਥੇ ਬਣਾ ਲੈਂਦੇ। ਚਲੋ, ਇਹ ਸਾਡਾ ਹੈ ਸਖਤ ਤਾਲੂ। ਸਖਤ ਤਾਲੂ। ਹੁਣ ਸਖਤ ਤਾਲੂ ਕੀ ਚੀਜ਼ ਹੈ? ਸਖਤ ਤਾਲੂ ਨੂੰ ਜਿਹੜੀ ਆਪਣੀ ਮੁਰਦਲੀ ਧੁਨੀਆਂ ਬੋਲਣ ਵੇਲੇ ਜੀਭ ਦਾ ਪਿਛਲਾ ਪਾਸਾ ਸਖਤ ਤਾਲੂ ਨੂੰ ਛੂੰਹਦਾ ਹੈ, ਤਾਂ ਉਹਨਾਂ ਨੂੰ ਅਸੀਂ ਉਲਟ ਜੀਭੀ ਜਾਂ ਮੁਰਦਲੀ ਧੁਨੀਆਂ ਕਹਿੰਦੇ ਆ। ਠੀਕ ਹੈ, ਫਿਰ ਸਾਡੇ ਕੋਲੇ ਆਉਂਦਾ ਹੈ ਨਰਮ ਤਾਲੂ ਜਾਂ ਕੋਮਲ ਤਾਲੂ। ਠੀਕ ਹੈ, ਕੋਮਲ ਤਾਲੂ ਤੋਂ ਬਾਅਦ ਸਾਡੇ ਕੋਲੇ ਆਉਂਦਾ ਕਾਂ। ਇਸ ਤਰੀਕੇ ਨਾਲ ਇਹਨੂੰ ਕਾਂ ਵੀ ਕਹਿੰਦੇ ਆ ਤੇ ਕਾਗਲ ਵੀ ਕਹਿੰਦੇ ਆ, ਕਾਗਲ। ਠੀਕ ਹੈ, ਹੁਣ ਅਸੀਂ ਇੱਥੋਂ ਹੀ ਸਮਝਣਾ ਸਾਰਾ ਕੁਝ। ਸਾਡੇ ਸਾਹ ਦੀ ਹਵਾ ਆਈ ਸੁਰਤੰਦਾਂ ਕੋਲੇ। ਠੀਕ ਹੈ, ਫਿਰ ਉਹ ਸਾਹ ਦੀ ਹਵਾ ਜਦੋਂ ਆਈ ਇੱਥੇ, ਜਦੋਂ ਆ ਜੀਭ ਨੇ, ਠੀਕ ਹੈ, ਜਦੋਂ ਜੀਭ ਕੋਮਲ ਤਾਲੂ ਨੂੰ ਲੱਗੂਗੀ, ਠੀਕ ਹੈ, ਉਦੋਂ ਤਾਂ ਕੰਠੀ ਧੁਨੀਆਂ ਬੋਲੀਆਂ ਜਾਣਗੀਆਂ। ਜਦੋਂ ਇਹ ਜੀਭ ਦੰਦ ਪਠਾਰ ਅਤੇ ਸਖਤ ਤਾਲੂ ਦੇ ਵਿਚਾਲੇ ਛੂਹੂਗੀ, ਠੀਕ ਹੈ, ਦੰਦ ਪਠਾਰ ਤੇ ਸਖਤ ਤਾਲੂ ਨੂੰ ਲੱਗੂਗੀ, ਉਦੋਂ ਬੋਲਾਂਗੇ ਅਸੀਂ ਤਾਲਵੀ ਧੁਨੀਆਂ। ਠੀਕ ਹੈ, ਤਾਲਵੀ ਵਿਅੰਜਨ ਬੋਲਾਂਗੇ। ਜਦੋਂ ਸਾਡੀ ਜੀਭ ਦਾ ਪਿਛਲਾ ਪਾਸਾ ਲੱਗੂਗਾ ਸਖਤ ਤਾਲੂ ਦੇ ਨਾਲ, ਠੀਕ ਹੈ, ਫਿਰ ਬੋਲਾਂਗੇ ਆਪਾਂ ਮੁਰਦਨੀ ਧੁਨੀਆਂ। ਠੀਕ ਹੈ, ਤੇ ਜਦੋਂ ਸਾਡੀ ਜੀਭ ਦਾ ਪਿਛਲਾ ਪਾਸਾ ਕੋਮਲ ਤਾਲੂ ਨੂੰ ਲੱਗਦਾ ਹੈ, ਉਦੋਂ ਅਸੀਂ ਬੋਲਦੇ ਹਾਂ ਕੰਠੀ ਧੁਨੀਆਂ। ਠੀਕ ਹੈ, ਜਦੋਂ ਸਾਡੀ ਜੀਭ ਦਾ ਜਿਹੜਾ ਜੀਭ ਦੀ ਨੋਕ ਆ ਜਾਂ ਜੀਭ ਦਾ ਬਲੇਡ ਹੈ ਉਹ ਦੰਦ ਪਠਾਰ ਦੇ ਪਿੱਛੇ ਲੱਗਦਾ ਹੈ, ਉੱਪਰਲੇ ਦੰਦਾਂ ਨੂੰ ਲੱਗਦਾ ਹੈ, ਤਾਂ ਉਹਨੂੰ ਅਸੀਂ ਉੱਪਰਲੇ ਦੰਦਾਂ ਨਾਲ ਛੂੰਹਦਾ ਹੈ, ਉਹਨੂੰ ਅਸੀਂ ਦੰਤੀ ਧੁਨੀਆਂ ਕਹਿੰਦੇ ਆ। ਜਦੋਂ ਸਾਡੇ ਬੁੱਲ ਹੈ ਆਪਸ ਵਿੱਚ ਬੰਦ ਹੋ ਜਾਂਦੇ ਨੇ ਤੇ ਉਹਨਾਂ ਦਾ ਜੋ ਧੁਨੀਆਂ ਦਾ ਉਚਾਰਨ ਹੁੰਦਾ ਹੈ ਉਹਨੂੰ ਅਸੀਂ ਹੋਠੀ ਧੁਨੀਆਂ ਕਹਿੰਦੇ ਆ। ਬਿਲਕੁਲ ਸੌਖਾ ਜਿਹਾ ਹੈ ਇਹ। ਠੀਕ ਹੈ, ਇਹਨੂੰ ਅਸੀਂ ਕਹਿੰਦੇ ਆ ਬੋਲ ਯੰਤਰ। ਅਗਲੀ ਕਲਾਸ ਦੇ ਵਿੱਚ
ਜਿਹੜੀਆਂ ਕੰਠੀ ਧੁਨੀਆਂ ਹਨ, ਅਲਪ ਪ੍ਰਾਣ ਹਨ, ਮਹਾਪ੍ਰਾਣ ਹਨ, ਉਹਨਾਂ ਦੇ ਬਾਰੇ ਵਿਸਤਾਰ ਨਾਲ ਉਹਦੀ ਪਰਿਭਾਸ਼ਾ ਬਾਰੇ ਆਪਾਂ ਗੱਲ ਕਰਾਂਗੇ। ਤੁਸੀਂ ਇਹਨਾਂ ਦੇ ਸਟਰਕਚਰ ਨੂੰ ਪੂਰਾ ਉਤਾਰ ਕੇ ਚੰਗੇ ਤਰੀਕੇ ਨਾਲ ਯਾਦ ਕਰ ਲੈਣਾ ਹੈ, ਤਾਂ ਕਿ ਪ੍ਰੀਖਿਆ ਦੇ ਵਿੱਚ ਸਾਨੂੰ ਕੋਈ ਔਖਿਆਈ ਨਾ ਆਵੇ। ਤੇ ਸਾਰੇ ਮੇਰੇ ਭੈਣਾਂ ਨੂੰ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਤੇ ਤੁਸੀਂ ਅਗਰ ਜੇ ਤੁਹਾਨੂੰ ਮੇਰੀ ਵੀਡੀਓ ਚੰਗੀਆਂ ਲੱਗੀਆਂ ਹੋਣ ਤੇ ਮੈਂ ਆਪਣੇ ਆਪ ਦੇ ਵੱਲੋਂ ਪੂਰੀ ਮਿਹਨਤ ਕਰੂੰਗਾ, ਤੁਹਾਨੂੰ ਪੰਜਾਬੀ ਵਿਆਕਰਨ ਬਾਰੇ ਗੱਲ ਇੱਕ ਇੱਕ ਦੱਸਣ ਦੀ ਕੋਸ਼ਿਸ਼ ਕਰੂੰਗਾ, ਜਿੰਨਾ ਕੁ ਮੈਨੂੰ ਗਿਆਨ ਹੈ, ਜਿੰਨਾ ਕੁ ਮੈਨੂੰ ਵਿਆਕਰਨ ਪੰਜਾਬੀ ਆਉਂਦਾ ਹੈ। ਤੁਸੀਂ ਚਾਹੁੰਦੇ ਹੋ ਕਿ ਅਸੀਂ ਪ੍ਰੀਖਿਆ ਦੇ ਵਿੱਚ ਚੰਗੇ ਨੰਬਰ ਕਿਵੇਂ ਲੈ ਕੇ ਆਈਏ, ਸੈਕੰਡ ਗ੍ਰੇਡ, ਫਸਟ ਗ੍ਰੇਡ ਵਿੱਚ ਅਸੀਂ ਭਾਸ਼ਾ ਵਿਗਿਆਨ ਕਿਵੇਂ ਪੜ੍ਹੀਏ ਤੇ ਪੰਜਾਬੀ ਵਿਆਕਰਨ ਵਿੱਚੋਂ ਕਿਸ ਤਰੀਕੇ ਨਾਲ ਪੜ੍ਹੀਏ ਕਿ ਸਾਡੇ ਚੰਗੇ ਨੰਬਰ ਆਉਣ, ਤਾਂ ਜੇ ਤੁਸੀਂ ਚਾਹੁੰਦੇ ਹੋ ਪ੍ਰੀਖਿਆ ਵਿੱਚ ਚੰਗੇ ਨੰਬਰ ਲੈਣੇ, ਸਫਲ ਹੋਣਾ ਸਿਰਫ ਵਿਆਕਰਨ ਵਿੱਚ, ਕਿਉਂਕਿ ਮੈਂ ਸਿਰਫ ਵਿਆਕਰਨ ਪੜ੍ਹਾ ਰਿਹਾ ਤੁਹਾਨੂੰ, ਵਿਆਕਰਨ ਦੀ ਗਰੰਟੀ ਲੈ ਰਿਹਾ ਤੁਹਾਡੀ। ਵਿਆਕਰਨ ਵਿੱਚੋਂ ਚੰਗੇ ਨੰਬਰ ਲੈਣਾ ਚਾਹੁੰਦੇ ਹੋ, ਭਾਸ਼ਾ ਵਿਗਿਆਨ ਦੀ ਆਪਾਂ ਗੱਲ ਕਰਾਂਗੇ, ਤਾਂ ਤੁਸੀਂ ਜਗਮੇਲ ਸਿੰਘ ਗਿੱਲ ਦਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਇਹਦੀ ਘੰਟੀ ਜਿਹੀ ਲੱਗੀ ਹੈ ਉਹਨੂੰ ਦਬਾਓ। ਤੇ ਤਦ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।